ਸਤਿ ਸ਼੍ਰੀ ਅਕਾਲ ਜੀ। ਇਸ ਵੀਡੀਓ ਦੇ ਰਾਹੀਂ ਮੈਂ ਤੁਹਾਨੂੰ ਮਾਈਕਰੋਸਾਫਟ ਵਰਡ ਦੀ ਹੋਮ ਟੈਬ ਦੇ ਪੈਰਾਗ੍ਰਾਫ ਟੂਲਸ ਨੂੰ ਯੂਜ਼ ਕਰਨਾ ਸਿਖਾਉਣ ਜਾ ਰਿਹਾ ਹਾਂ। ਸੋ ਇਸ ਵੀਡੀਓ ਨੂੰ ਬਹੁਤ ਹੀ ਧਿਆਨ ਦੇ ਨਾਲ ਅਤੇ ਐਂਡ ਤੱਕ ਦੇਖਣਾ। ਸ਼ੁਰੂਆਤ ਕਰਦੇ ਹਾਂ ਜੀ। ਸਭ ਤੋਂ ਪਹਿਲਾਂ ਅਸੀਂ ਮਾਈਕਰੋਸਾਫਟ ਵਰਡ ਜਿਹੜਾ ਹੈਗਾ ਇੱਥੇ ਸੌਫਟਵੇਅਰ ਓਪਨ ਕਰ ਲਿਆ ਹੈਗਾ। ਸੋ ਤੁਸੀਂ ਇੱਥੇ ਦੇਖ ਸਕਦੇ ਹੋ ਕਿ ਇੱਥੇ ਅਸੀਂ ਹੋਮ ਟੈਬ ਰਿਬਨ ਦੇ ਉੱਤੇ ਕਲਿੱਕ ਕੀਤਾ ਹੋਇਆ ਹੈ ਅਤੇ ਹੋਮ ਟੈਬ ਰਿਬਨ ਦਾ ਪਹਿਲਾ ਗਰੁੱਪ ਹੈ ਕਲਿਪਬੋਰਡ, दूसरा ग्रुप है फॉन्ट ग्रुप ਅਤੇ ਤੀਸਰਾ ਗਰੁੱਪ ਹੈ ਪੈਰਾਗ੍ਰਾਫ ਗਰੁੱਪ। ਸੋ ਪੈਰਾਗ੍ਰਾਫ ਗਰੁੱਪ ਤੋਂ ਪਹਿਲੇ ਦੋ ਗਰੁੱਪ ਜਿਹੜੇ ਹੈਗੇ ਆ ਕਲਿਪਬੋਰਡ ਅਤੇ ਫੌਂਟ ਗਰੁੱਪ, ਇਹਨਾਂ ਬਾਰੇ ਮੈਂ ਪਹਿਲਾਂ ਹੀ ਡਿਟੇਲ ਦੇ ਵਿੱਚ ਵੀਡੀਓ ਬਣਾ ਚੁੱਕਿਆ ਹਾਂ ਜੋ ਕਿ ਤੁਹਾਨੂੰ ਮੇਰੇ ਚੈਨਲ ਦੇ ਉੱਤੇ ਵੀਡੀਓਜ਼ ਮਿਲ ਜਾਣਗੀਆਂ। ਅਤੇ ਜੇਕਰ ਤੁਸੀਂ ਹੁਣ ਤੱਕ ਉਹਨਾਂ ਵੀਡੀਓਜ਼ ਨੂੰ ਨਹੀਂ ਦੇਖਿਆ ਹੈ ਤਾਂ ਤੁਸੀਂ ਇਸ ਵੀਡੀਓ ਦੀ ਡਿਸਕ੍ਰਿਪਸ਼ਨ ਦੇ ਵਿੱਚ ਜਾ ਕੇ ਉਹਨਾਂ ਵੀਡੀਓਜ਼ ਦੇ ਲਿੰਕ ਦੇ ਉੱਤੇ ਕਲਿੱਕ ਕਰਕੇ ਤੁਸੀਂ ਉਹਨਾਂ ਵੀਡੀਓਜ਼ ਨੂੰ ਵੀ ਦੇਖ ਸਕਦੇ ਹੋ। ਸੋ ਹੁਣ ਅਸੀਂ ਗੱਲ ਕਰਦੇ ਹਾਂ ਪੈਰਾਗ੍ਰਾਫ ਗਰੁੱਪ ਬਾਰੇ। ਤੁਸੀਂ ਦੇਖੋ ਕਿ ਸਾਨੂੰ ਇੱਥੇ ਪੈਰਾਗ੍ਰਾਫ ਗਰੁੱਪ ਦੇ ਵਿੱਚ ਬਹੁਤ ਸਾਰੇ ਵੱਖਰੇ ਟੂਲਸ ਮਿਲ ਜਾਂਦੇ ਹਨ। ਸੋ ਅਸੀਂ ਇਹਨਾਂ ਸਾਰੇ ਹੀ ਟੂਲਸ ਨੂੰ ਅੱਜ ਯੂਜ਼ ਕਰਕੇ ਦੇਖਾਂਗੇ ਅਤੇ ਸਿੱਖਾਂਗੇ ਕਿ ਇਹਨਾਂ ਸਾਰੇ ਟੂਲਸ ਦਾ ਕੀ ਕੰਮ ਹੈ। ਸੋ ਸ਼ੁਰੂਆਤ ਕਰਦੇ ਹਾਂ ਇਸ ਟੂਲ ਤੋਂ। ਜੋ ਸਾਡੇ ਕੋਲ ਸਭ ਤੋਂ ਪਹਿਲਾ ਟੂਲ ਸਾਨੂੰ ਮਿਲ ਰਿਹਾ ਹੈਗਾ, ਇਸ ਟੂਲ ਦਾ ਨਾਮ ਹੈ ਬੁਲੇਟ ਟੂਲ। ਸੋ ਬੁਲੇਟ ਟੂਲ ਨੂੰ ਅਸੀਂ ਉਦੋਂ ਯੂਜ਼ ਕਰਦੇ ਹਾਂ ਜਦੋਂ ਅਸੀਂ ਕੋਈ ਲਿਸਟ ਬਣਾਉਣੀ ਹੋਵੇ। ਸੋ ਇੱਥੇ ਤੁਸੀਂ ਹੇਠਾਂ ਤੁਸੀਂ ਦੇਖੋ ਕਿ ਮੈਂ ਇੱਕ ਛੋਟੀ ਜਿਹੀ ਲਿਸਟ ਬਣਾਈ ਹੋਈ ਹੈ। ਸੋ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਇਹ ਜਿਹੜੀ ਲਿਸਟ ਹੈਗੀ ਹੈ ਇਸ ਦੇ ਅੱਗੇ ਕੋਈ ਵੀ ਕਿਸੇ ਤਰੀਕੇ ਦਾ ਸਿੰਬਲ ਨਹੀਂ ਲੱਗਿਆ ਹੋਇਆ। ਯਾਨੀ ਕਿ ਅਸੀਂ ਅਗਰ ਚਾਹੁੰਦੇ ਹਾਂ ਕਿ ਸਾਡੀ ਜਿਹੜੀ ਲਿਸਟ ਹੈਗੀ ਉਹਦੀ ਜਿਹੜੀ ਫਾਰਮੈਟਿੰਗ ਬਹੁਤ ਵਧੀਆ ਹੋਵੇ, ਉਸ ਦੀ ਦਿੱਖ ਬਹੁਤ ਵਧੀਆ ਹੋਵੇ, ਤਾਂ ਜੋ ਉਹ ਲਿਸਟ ਦੇਖਣ ਨੂੰ ਇੱਕ ਵਧੀਆ ਤਰੀਕੇ ਨਾਲ ਦਿਖਾਈ ਦੇਵੇ, ਤਾਂ ਅਸੀਂ ਇਸ ਲਿਸਟ ਦੇ ਅੱਗੇ ਬੁਲੇਟ ਲਗਾ ਸਕਦੇ ਹਾਂ। ਸੋ ਇਸ ਲਿਸਟ ਦੇ ਅੱਗੇ ਬੁਲੇਟ ਲਗਾਉਣ ਦੇ ਲਈ ਪਹਿਲਾਂ ਅਸੀਂ ਇਸ ਲਿਸਟ ਨੂੰ ਸਿਲੈਕਟ ਕਰ ਲਿਆ ਹੈਗਾ। ਇੱਥੇ ਅਸੀਂ ਬੁਲੇਟ ਆਪਸ਼ਨ ਦੇ ਉੱਤੇ ਕਲਿੱਕ ਕਰ ਦਿੰਦੇ ਹਾਂ ਤਾਂ ਤੁਸੀਂ ਦੇਖੋਗੇ ਕਿ ਇਸ ਲਿਸਟ ਦੇ ਅੱਗੇ ਛੋਟੇ ਸਿੰਬਲ ਲੱਗੇ ਹੈਗੇ ਆ। ਯਾਨੀ ਕਿ ਲਿਸਟ ਦੇ ਹਰੇਕ ਐਲੀਮੈਂਟ ਦੇ ਅੱਗੇ ਇੱਕ ਛੋਟਾ ਜਿਹਾ ਸਿੰਬਲ ਲੱਗੇ ਹੈਗਾ ਜਿਸ ਨੂੰ ਕਿ ਅਸੀਂ ਬੁਲੇਟ ਕਹਿੰਦੇ ਹਾਂ। ਸੋ ਹੁਣ ਜਿਹੜੇ ਇਹ ਤੁਸੀਂ ਬੁਲੇਟ ਦੇਖ ਰਹੇ ਹੋ, ਯਾਨੀ ਕਿ ਇਹ ਛੋਟੇ ਸਿੰਬਲ ਦੇਖ ਰਹੇ ਹੋ, ਅਸੀਂ ਇਸ ਸਿੰਬਲ ਨੂੰ ਬਦਲ ਵੀ ਸਕਦੇ ਹਾਂ। ਇਸ ਸਿੰਬਲ ਨੂੰ ਚੇਂਜ ਕਰਨ ਦੇ ਲਈ ਅਸੀਂ ਦੁਬਾਰਾ ਤੋਂ ਇਸ ਬੁਲੇਟ ਆਪਸ਼ਨ ਦੇ ਉੱਤੇ ਤੁਸੀਂ ਦੇਖ ਸਕਦੇ ਹੋ ਕਿ ਨਾਲ ਇੱਕ ਸਾਨੂੰ ਛੋਟਾ ਜਿਹਾ ਐਰੋ ਮਿਲ ਰਿਹਾ ਹੈਗਾ। ਉਸ ਦੇ ਉੱਤੇ ਜਿਵੇਂ ਕਲਿੱਕ ਕਰਦੇ ਹਾਂ ਤਾਂ ਸਾਨੂੰ ਇੱਕ ਲਿਸਟ ਓਪਨ ਹੋ ਜਾਂਦੀ ਹੈ ਸਾਡੇ ਸਾਹਮਣੇ। ਇਸ ਲਿਸਟ ਦੇ ਵਿੱਚ ਅਸੀਂ ਛੋਟੇ ਬਹੁਤ ਸਾਰੇ ਸਿੰਬਲ ਦੇਖ ਰਹੇ ਹਾਂ। ਸੋ ਅਸੀਂ ਅਲੱਗ-ਅਲੱਗ ਸਿੰਬਲ ਦੇ ਉੱਤੇ ਆਪਣਾ ਮਾਊਸ ਦਾ ਪੁਆਇੰਟਰ ਲਿਜਾ ਕੇ ਦੇਖ ਸਕਦੇ ਹਾਂ ਕਿ ਇੱਥੇ ਜਿਹੜੇ ਬੁਲੇਟ ਹੈਗੇ ਆ ਉਹ ਚੇਂਜ ਹੋ ਰਹੇ ਆ। ਸੋ ਸਾਨੂੰ ਜਿਹੜਾ ਵੀ ਬੁਲੇਟ ਜਿਹੜਾ ਹੈਗਾ ਉਹ ਚੰਗਾ ਲੱਗਦਾ ਹੈਗਾ, ਅਸੀਂ ਉਸ ਨੂੰ ਇੱਥੇ ਲਗਾ ਸਕਦੇ ਹਾਂ ਅਤੇ ਉਸ ਦੇ ਨਾਲ ਹੀ ਆਪਣੀ ਲਿਸਟ ਜਿਹੜੀ ਹੈਗੀ ਆ ਤਿਆਰ ਕਰ ਸਕਦੇ ਹਾਂ। ਸੋ ਮੈਂ ਤਾਂ ਇੱਥੇ ਲਿਸਟ ਪਹਿਲਾਂ ਤੋਂ ਹੀ ਟਾਈਪ ਕਰਕੇ ਰੱਖੀ ਹੋਈ ਸੀ, ਉਸ ਨੂੰ ਸਿਲੈਕਟ ਕਰਕੇ ਮੈਂ ਇੱਥੇ ਬੁਲੇਟ ਦੇ ਉੱਤੇ ਕਲਿੱਕ ਕਰ ਲਿਆ ਤੇ ਇਹ ਲਿਸਟ ਜਿਹੜੀ ਹੈਗੀ ਬਣ ਗਈ ਹੈਗੀ। ਪਰ ਤੁਸੀਂ ਲਿਸਟ ਨੂੰ ਬਣਾਉਣ ਤੋਂ ਪਹਿਲਾਂ ਵੀ ਇੱਥੇ ਆਪਣੇ ਮਨਪਸੰਦ ਦਾ ਬੁਲੇਟ ਸਿਲੈਕਟ ਕਰਕੇ ਜਿੱਦਾਂ ਹੀ ਤੁਸੀਂ ਲਿਸਟ ਟਾਈਪ ਕਰਨੀ ਸ਼ੁਰੂ ਕਰੋਗੇ ਤਾਂ ਉਹ ਜਿਹੜਾ ਬੁਲੇਟ ਹੈਗਾ ਆ ਆਪਣੇ ਆਪ ਜਿਹੜੀ ਤੁਹਾਡੀ ਲਿਸਟ ਅੱਗੇ ਆਉਂਦਾ ਜਾਏਗਾ। ਯਾਨੀ ਕਿ ਤੁਹਾਡੀ ਲਿਸਟ ਜਿਹੜੀ ਹੈਗੀ ਆ ਉਹ ਉਸ ਬੁਲੇਟ ਦੇ ਨਾਲ ਬਣਦੀ ਜਾਏਗੀ। ਸੋ ਤੁਸੀਂ ਆਪਣੀ ਮਨਪਸੰਦ ਦਾ ਬੁਲੇਟ ਇੱਥੋਂ ਸਿਲੈਕਟ ਕਰ ਲਓ ਤੇ ਤੁਸੀਂ ਇਹ ਦੇਖੋਗੇ ਕਿ ਸਾਡੀ ਜਿਹੜੀ ਲਿਸਟ ਹੈਗੀ ਆ ਇਸ ਨੂੰ ਅਸੀਂ ਬੁਲੇਟਡ ਲਿਸਟ ਕਹਿੰਦੇ ਹਾਂ। ਸੋ ਅਗਰ ਤੁਸੀਂ ਚਾਹੁੰਦੇ ਹੋ ਕਿ ਇਸ ਲਿਸਟ ਦੇ ਅੱਗੇ ਬੁਲੇਟਸ ਨਹੀਂ ਲਗਾਉਣੇ ਹੈਗੇ, ਅਸੀਂ ਨੰਬਰ ਵਾਲੀ ਲਿਸਟ ਬਣਾਉਣੀ ਹੈਗੀ ਹੈ, ਤਾਂ ਤੁਸੀਂ ਇੱਥੇ ਨੰਬਰਡ ਲਿਸਟ ਵੀ ਬਣਾ ਸਕਦੇ ਹੋ। ਸੋ ਨੰਬਰ ਲਿਸਟ ਬਣਾਉਣ ਦੇ ਲਈ ਦੁਬਾਰਾ ਤੋਂ ਇਸ ਲਿਸਟ ਨੂੰ ਸਿਲੈਕਟ ਕਰ ਲਓ। ਇੱਥੇ ਸਾਡੇ ਕੋਲ ਸੈਕੰਡ ਆਪਸ਼ਨ ਮਿਲਦੀ ਹੈਗੀ, ਜਿਹੜਾ ਸੈਕੰਡ ਬਟਨ ਹੈ ਉਹ ਅਸੀਂ ਉਸ ਦੀ ਮਦਦ ਨਾਲ ਨੰਬਰ ਲਿਸਟ ਬਣਾ ਸਕਦੇ ਹਾਂ। ਸੋ ਜਿਵੇਂ ਹੀ ਮੈਂ ਇਸ ਬਟਨ ਦੇ ਉੱਤੇ ਕਲਿੱਕ ਕੀਤਾ ਤੁਸੀਂ ਦੇਖੋ ਕਿ ਸਾਡੀ ਜਿਹੜੀ ਲਿਸਟ ਹੈਗੀ ਆ ਉਹ ਨੰਬਰਾਂ ਦੇ ਨਾਲ ਬਣ ਗਈ ਹੈਗੀ ਆ, 1 2 3 4 ਇਸ ਤਰੀਕੇ ਨਾਲ। ਹੁਣ ਜਿਵੇਂ ਹੀ ਲਿਸਟ ਦੇ ਲਾਸਟ ਐਲੀਮੈਂਟ ਤੇ ਜਾ ਕੇ ਮੈਂ ਐਂਟਰ ਦਬਾਵਾਂਗਾ ਤੇ ਅਗਲਾ ਨੰਬਰ ਆਟੋਮੈਟਿਕਲੀ ਆ ਜਾਵੇਗਾ ਤੇ ਉਸ ਦੇ ਵਿੱਚ ਤੁਸੀਂ ਆਪਣੀ ਜਿਹੜੀ ਲਿਸਟ ਦਾ ਐਲੀਮੈਂਟ ਜਿਹੜਾ ਹੈਗਾ ਟਾਈਪ ਕਰ ਸਕਦੇ ਹੋ। ਸੋ ਜਿਵੇਂ ਕਿ ਮੈਂ ਇੱਥੇ ਇੱਕ ਹੋਰ ਐਲੀਮੈਂਟ ਟਾਈਪ ਕਰ ਲੈਣਾ ਹਾਂ। ਸੋ ਮੈਂ ਇੱਥੇ ਸਪੀਕਰ ਟਾਈਪ ਕਰ ਲਿਆ ਹੈਗਾ। ਇਸ ਤੋਂ ਬਾਅਦ ਮੈਂ ਅਗਰ ਫਿਰ ਤੋਂ ਐਂਟਰ ਦਬਾਉਣਾ ਹੈ ਤਾਂ ਤੁਸੀਂ ਦੇਖੋਗੇ ਕਿ ਜਿਹੜਾ 6ਵਾਂ ਨੰਬਰ ਹੈਗਾ ਉਹ ਆਪਣੇ ਆਪ ਆ ਗਿਆ ਹੈਗਾ। ਸੋ ਜੇਕਰ ਤੁਸੀਂ ਲਿਸਟ ਨੂੰ ਖਤਮ ਕਰਨਾ ਚਾਹੁੰਦੇ ਹੋ, ਯਾਨੀ ਕਿ ਤੁਸੀਂ ਇਹ ਚਾਹੁੰਦੇ ਹੋ ਕਿ ਤੁਸੀਂ ਐਂਟਰ ਦਬਾਓ ਤੇ ਅਗਲਾ ਐਲੀਮੈਂਟ ਨਾ ਆਵੇ, ਯਾਨੀ ਕਿ ਲਿਸਟ ਨੂੰ ਐਂਡ ਕਰਨਾ ਚਾਹੁੰਦੇ ਹੋ, ਤਾਂ ਐਂਟਰ ਬਟਨ ਨੂੰ 2 ਵਾਰ ਦਬਾ ਦਿਓ। ਤੁਸੀਂ ਦੇਖੋ ਕਿ ਸਾਡੀ ਜਿਹੜੀ ਲਿਸਟ ਹੈਗੀ ਆ ਉਹ ਉੱਥੇ ਹੀ ਐਂਡ ਹੋ ਗਈ ਹੈਗੀ ਆ। ਜਿਵੇਂ ਕਿ ਮੈਂ ਤੁਹਾਨੂੰ ਬੁਲੇਟ ਲਿਸਟ ਵਿੱਚ ਦਿਖਾਇਆ ਸੀਗਾ ਕਿ ਸਾਨੂੰ ਅਲੱਗ-ਅਲੱਗ ਤਰ੍ਹਾਂ ਦੇ ਬੁਲੇਟ ਮਿਲ ਜਾਂਦੇ ਹੈਗੇ ਆ, ਸੇਮ ਉਸੇ ਤਰੀਕੇ ਨਾਲ ਸਾਨੂੰ ਅਲੱਗ-ਅਲੱਗ ਤਰ੍ਹਾਂ ਦੇ ਨੰਬਰ ਵੀ ਮਿਲ ਜਾਂਦੇ ਹੈਗੇ ਆ। ਯਾਨੀ ਕਿ ਨੰਬਰ ਲਿਸਟ ਵਿੱਚ ਵੀ ਸਾਨੂੰ ਕਾਫੀ ਤਰ੍ਹਾਂ ਦੀਆਂ ਅਲੱਗ-ਅਲੱਗ ਤਰ੍ਹਾਂ ਦੀ ਕੈਟਾਗਰੀ ਮਿਲ ਜਾਂਦੀ ਹੈ। ਸੋ ਨੰਬਰ ਲਿਸਟ ਦੀ ਕੈਟਾਗਰੀ ਨੂੰ ਦੇਖਣ ਦੇ ਲਈ ਅਸੀਂ ਇੱਥੇ ਨੰਬਰ ਬਟਨ ਦੇ ਨਾਲ ਜਿਹੜਾ ਇੱਕ ਛੋਟਾ ਜਿਹਾ ਬਟਨ ਮਿਲਦਾ ਹੈ ਉਸ ਦੇ ਉੱਤੇ ਕਲਿੱਕ ਕਰ ਲੈਂਦੇ ਹਾਂ। ਤੁਸੀਂ ਇੱਥੇ ਦੇਖੋ ਕਿ ਤੁਹਾਨੂੰ ਇੱਥੇ ਨੂਮੈਰਿਕ ਵੈਲਿਊ ਵੀ ਮਿਲ ਰਹੀ ਹੈਗੀ ਆ, ਤੁਹਾਨੂੰ ਇੱਥੇ ਐਲਫਾਬੈਟ ਵੈਲਿਊ ਵੀ ਮਿਲ ਰਹੀ ਹੈਗੀ ਆ। ਇਸ ਤੋਂ ਇਲਾਵਾ ਜੇਕਰ ਤੁਸੀਂ ਰੋਮਨ ਅੰਕਾਂ ਦੇ ਵਿੱਚ ਆਪਣੀ ਲਿਸਟ ਨੂੰ ਤਿਆਰ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਇੱਥੇ ਕਰ ਸਕਦੇ ਹੋ। ਇੱਥੇ ਤੁਹਾਨੂੰ ਸਮਾਲ ਲੈਟਰ ਐਂਡ ਕੈਪੀਟਲ ਲੈਟਰ ਦੋਨੋਂ ਹੀ ਲੈਟਰ ਮਿਲ ਰਹੇ ਹੈਗੇ ਆ। ਤੁਸੀਂ ਜਿਨ੍ਹਾਂ ਵੀ ਲੈਟਰਸ ਦੇ ਵਿੱਚ ਆਪਣੀ ਲਿਸਟ ਨੂੰ ਤਿਆਰ ਕਰਨਾ ਹੈ ਉਸ ਦੇ ਅਕੋਰਡਿੰਗ ਤੁਸੀਂ ਆਪਣੇ ਜਿਹੜੇ ਨੰਬਰ ਨੂੰ ਸਿਲੈਕਟ ਕਰ ਸਕਦੇ ਹੋ। ਸੋ ਇਹ ਸੀ ਬੁਲੇਟ ਲਿਸਟ ਅਤੇ ਇਹ ਹੈ ਨੰਬਰ ਲਿਸਟ। ਤੁਹਾਨੂੰ ਦੋਨਾਂ ਦੇ ਵਿੱਚ ਹੀ ਅਲੱਗ-ਅਲੱਗ ਤਰ੍ਹਾਂ ਦੀਆਂ ਆਪਸ਼ਨਸ ਮਿਲ ਜਾਂਦੀਆਂ ਹੈਗੀਆਂ। ਤੁਸੀਂ ਦੋਨੋਂ ਆਪਸ਼ਨ ਨੂੰ ਯੂਜ਼ ਕਰਕੇ ਆਪਣੀ ਲਿਸਟ ਨੂੰ ਇੱਕ ਵਧੀਆ ਦਿੱਖ ਦੇ ਸਕਦੇ ਹੋ। ਸੋ ਇਹ ਤਾਂ ਸੀਗੀ ਸਾਡੇ ਕੋਲ ਨੰਬਰ ਲਿਸਟ। ਹੁਣ ਜੇਕਰ ਅਸੀਂ ਚਾਹੁੰਦੇ ਹਾਂ ਕਿ ਅਸੀਂ ਮਲਟੀ ਲੈਵਲ ਲਿਸਟ ਬਣਾਉਣੀ ਹੈਗੀ ਆ। ਮਲਟੀ ਲੈਵਲ ਲਿਸਟ ਹੁੰਦੀ ਹੈ ਕਿ ਇੱਕ ਲਿਸਟ ਦੇ ਅੰਦਰ ਇੱਕ ਹੋਰ ਲਿਸਟ।
ਉਸ ਲਿਸਟ ਨੂੰ ਤਿਆਰ ਕਰਨ ਦੇ ਲਈ ਸਾਡੇ ਕੋਲ ਇੱਥੇ ਇੱਕ ਹੋਰ ਬਟਨ ਮਿਲ ਜਾਂਦਾ ਹੈ। ਇਸ ਬਟਨ ਦਾ ਨਾਮ ਹੈ ਮਲਟੀ ਲੈਵਲ ਲਿਸਟ। ਹੁਣ ਮੈਂ ਤੁਹਾਨੂੰ ਮਲਟੀ ਲੈਵਲ ਲਿਸਟ ਤਿਆਰ ਕਰਕੇ ਦਿਖਾਉਂਦਾ ਹਾਂ। ਸਭ ਤੋਂ ਪਹਿਲਾਂ ਮੈਂ ਇਸ ਲਿਸਟ ਨੂੰ ਡਿਲੀਟ ਕਰ ਦਿੰਦਾ ਹਾਂ। ਮਲਟੀ ਲੈਵਲ ਲਿਸਟ ਨੂੰ ਤਿਆਰ ਕਰਨ ਲਈ ਸਭ ਤੋਂ ਪਹਿਲਾਂ ਅਸੀਂ ਆਪਣਾ ਮਲਟੀ ਲੈਵਲ ਦਾ ਫਾਰਮੈਟ ਸਿਲੈਕਟ ਕਰਨਾ ਹੈ। ਸੋ ਇੱਥੋਂ ਤੁਸੀਂ ਸਿਲੈਕਟ ਕਰ ਸਕਦੇ ਹੋ ਕਿ ਕਿਸ ਲੈਵਲ ਦਾ ਫਾਰਮੈਟ ਤੁਸੀਂ ਚਾਹੀਦਾ ਹੈਗਾ। ਸੋ ਮੈਂ ਇਸ ਫਾਰਮੈਟ ਨੂੰ ਸਿਲੈਕਟ ਕਰ ਲੈਣਾ ਹਾਂ। ਅਸੀਂ ਇੱਕ ਅਜਿਹੀ ਲਿਸਟ ਤਿਆਰ ਕਰਨ ਜਾ ਰਹੇ ਹਾਂ ਜਿਸ ਦੇ ਵਿੱਚ ਕੀ ਕੰਪਿਊਟਰ ਦੇ ਜਿਹੜੀਆਂ ਅਲੱਗ-ਅਲੱਗ ਡਿਵਾਈਸਿਸ ਹੈਗੀਆਂ ਉਹਨਾਂ ਦੀਆਂ ਟਾਈਪਸ ਦੱਸੀਆਂ ਹੋਣ, ਜਿਵੇਂ ਕਿ ਇਨਪੁਟ ਡਿਵਾਈਸਿਸ ਹੋ ਗਈਆਂ ਤੇ ਦੂਸਰੀ ਟਾਈਪ ਜਿਹੜੀ ਹੈਗੀ ਆ ਉਹ ਹੈ ਆਊਟਪੁੱਟ ਡਿਵਾਈਸ। ਸੋ ਮੈਂ ਇੱਥੇ ਇੱਕ ਲਿਸਟ ਤਿਆਰ ਕਰ ਲਈ ਜਿਹਦਾ ਪਹਿਲਾ ਐਲੀਮੈਂਟ ਹੈਗਾ ਇਨਪੁਟ ਡਿਵਾਈਸ, ਦੂਸਰਾ ਐਲੀਮੈਂਟ ਹੈਗਾ ਆ ਆਊਟਪੁੱਟ ਡਿਵਾਈਸ। ਹੁਣ ਮੈਂ ਇਹ ਚਾਹੁੰਦਾ ਹੈਗਾ ਕਿ ਇਨਪੁਟ ਡਿਵਾਈਸ ਵਾਲੀ ਲਿਸਟ ਦੇ ਅੰਦਰ ਇੱਕ ਹੋਰ ਲਿਸਟ ਤਿਆਰ ਹੋਵੇ ਜਿਹਦੇ ਵਿੱਚ ਕਿ ਇਨਪੁਟ ਡਿਵਾਈਸਿਸ ਦੇ ਨਾਮ ਲਿਖੇ ਹੋਣ। ਤਾਂ ਮੈਂ ਇੱਥੇ ਇਨਪੁਟ ਡਿਵਾਈਸ ਐਲੀਮੈਂਟ ਦੇ ਐਂਡ ਤੇ ਕਲਿੱਕ ਕਰਕੇ ਐਂਟਰ ਬਟਨ ਦਬਾ ਲੈਣਾ ਹੈਗਾ। ਨਾਲ ਹੀ ਮੈਂ ਇੱਥੇ ਟੈਬ ਬਟਨ ਦਬਾ ਲੈਣਾ। ਹੁਣ ਜਿਵੇਂ ਹੀ ਮੈਂ ਟੈਬ ਬਟਨ ਦਬਾਇਆ ਅਸੀਂ ਇੱਕ ਲਿਸਟ ਦੇ ਅੰਦਰ ਪਹੁੰਚ ਗਏ। ਹੁਣ ਇੱਥੇ ਮੈਂ ਇੱਕ ਹੋਰ ਲਿਸਟ ਤਿਆਰ ਕਰ ਲੈਣਾ ਹਾਂ। ਇੱਥੇ ਮੈਂ ਜਿਹੜੀ ਅੰਦਰ ਵਾਲੀ ਲਿਸਟ ਹੈਗੀ ਹੈ ਉਸ ਦਾ ਪਹਿਲਾ ਐਲੀਮੈਂਟ ਟਾਈਪ ਕਰ ਲਿਆ ਹੈ ਕੀਬੋਰਡ, ਅਤੇ ਜਿਵੇਂ ਹੀ ਮੈਂ ਐਂਟਰ ਬਟਨ ਦਬਾਉਂਗਾ ਤੇ ਉਸ ਲਿਸਟ ਦੇ ਅੰਦਰ ਆਪਾਂ ਦੂਸਰਾ ਐਲੀਮੈਂਟ ਹੁਣ ਟਾਈਪ ਕਰ ਸਕਦੇ ਹਾਂ। ਤੁਸੀਂ ਦੇਖੋ ਕਿ ਇਸ ਲਿਸਟ ਦੇ ਅੰਦਰ ਮੈਂ ਦੋ ਐਲੀਮੈਂਟ ਟਾਈਪ ਕਰ ਲਏ ਹੈਗੇ ਆ। ਸੇਮ ਇਸੇ ਤਰੀਕੇ ਨਾਲ ਮੈਂ ਆਊਟਪੁੱਟ ਵਾਲੀ ਲਿਸਟ ਦੇ ਵਿੱਚ ਵੀ ਚਾਹੁੰਦਾ ਹਾਂ ਕਿ ਉਸ ਦੇ ਅੰਦਰ ਵੀ ਇੱਕ ਹੋਰ ਲਿਸਟ ਬਣਾ ਲਈ ਜਾਵੇ। ਤਾਂ ਇੱਥੇ ਐਂਟਰ ਬਟਨ ਦਬਾ ਕੇ ਤੁਸੀਂ ਆਪਣੇ ਕੀਬੋਰਡ ਤੋਂ ਟੈਬ ਬਟਨ ਦਬਾ ਲੈਣਾ ਹੈਗਾ। ਅਸੀਂ ਫਿਰ ਤੋਂ ਉਸ ਲਿਸਟ ਦੇ ਅੰਦਰ ਚੱਲਾਂਗੇ। ਤੁਸੀਂ ਦੇਖੋ ਕਿ ਮੈਂ ਇੱਕ ਲਿਸਟ ਦੇ ਅੰਦਰ ਇੱਕ ਹੋਰ ਲਿਸਟ ਤਿਆਰ ਕੀਤੀ ਹੈ। ਇਸ ਨੂੰ ਅਸੀਂ ਕਹਿੰਦੇ ਹਾਂ ਮਲਟੀ ਲੈਵਲ ਲਿਸਟ। ਹੁਣ ਜੇਕਰ ਤੁਸੀਂ ਅੰਦਰ ਵਾਲੀ ਲਿਸਟ ਦੇ ਵੀ ਅੰਦਰ ਜਾਣਾ ਚਾਹੁੰਦੇ ਹੋ, ਹੁਣ ਇੱਥੇ ਮੈਂ ਕੀਬੋਰਡ ਦੀਆਂ ਅਲੱਗ-ਅਲੱਗ ਕਿਸਮਾਂ ਦੱਸਣਾ ਚਾਹੁੰਦਾ ਹਾਂ। ਤੁਸੀਂ ਜਿਸ ਵੀ ਐਲੀਮੈਂਟ ਦੇ ਅੰਦਰ ਜਾ ਕੇ ਉਸ ਦੀ ਲਿਸਟ ਬਣਾਉਣਾ ਚਾਹੁੰਦੇ ਹੋ ਉਸ ਐਲੀਮੈਂਟ ਦੇ ਐਂਡ ਤੇ ਕਲਿੱਕ ਕਰ ਦਿਓ। ਇੱਥੋਂ ਐਂਟਰ ਬਟਨ ਦਬਾਓ, ਇੱਕ ਵਾਰੀ ਫਿਰ ਤੋਂ ਟੈਬ ਬਟਨ ਦਬਾ ਦਿਓ। ਤੁਸੀਂ ਦੇਖੋ ਕਿ ਮੈਂ ਕੀਬੋਰਡ ਦੇ ਅੰਦਰ ਵੀ ਚਲਾ ਗਿਆ, ਯਾਨੀ ਕਿ ਇੱਕ ਲਿਸਟ ਦੇ ਅੰਦਰ ਇੱਕ ਹੋਰ ਲਿਸਟ, ਉਸ ਦੇ ਅੰਦਰ ਇੱਕ ਹੋਰ ਲਿਸਟ। ਹੁਣ ਮੈਂ ਇੱਥੇ ਕੀਬੋਰਡ ਦੀਆਂ ਵੀ ਟਾਈਪਸ ਦੱਸ ਦਿੰਦਾ ਹਾਂ। ਸੋ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਇਸ ਤਰ੍ਹਾਂ ਦੀ ਲਿਸਟ ਨੂੰ ਅਸੀਂ ਮਲਟੀ ਲੈਵਲ ਲਿਸਟ ਕਹਿੰਦੇ ਹਾਂ। ਸੋ ਇੱਥੇ ਤੁਸੀਂ ਦੇਖ ਸਕਦੇ ਹੋ ਇਹ ਸਾਡੀ ਪਹਿਲੀ ਲਿਸਟ ਹੈਗੀ ਆ, ਉਸ ਦੇ ਅੰਦਰ ਇੱਕ ਹੋਰ ਲਿਸਟ ਬਣਾਈ ਅਤੇ ਉਸ ਦੇ ਅੰਦਰ ਮੈਂ ਇੱਕ ਹੋਰ ਲਿਸਟ ਬਣਾ ਲਈ। ਸੋ ਇਸ ਤਰ੍ਹਾਂ ਦੀ ਲਿਸਟ ਨੂੰ ਮਲਟੀ ਲੈਵਲ ਲਿਸਟ ਕਹਿੰਦੇ ਆ। ਸੋ ਇਹ ਤਾਂ ਸੀਗੀਆਂ ਲਿਸਟਾਂ। ਹੁਣ ਸਾਡੇ ਕੋਲ ਪੈਰਾਗ੍ਰਾਫ ਗਰੁੱਪ ਦੇ ਵਿੱਚ ਜਿਹੜੀ ਅਗਲੀ ਆਪਸ਼ਨ ਮਿਲਦੀ ਹੈਗੀ ਆ ਉਸ ਦਾ ਨਾਮ ਹੈ ਇਨਕਰੀਜ਼ ਔਰ ਡਿਕਰੀਜ਼ ਇੰਡੈਂਟ। ਸੋ ਇਸ ਆਪਸ਼ਨ ਨੂੰ ਮੈਂ ਤੁਹਾਨੂੰ ਯੂਜ਼ ਕਰਕੇ ਦਿਖਾ ਦਿੰਦਾ ਹਾਂ। ਸੋ ਇਨਕਰੀਜ਼ ਔਰ ਡਿਕਰੀਜ਼ ਇੰਡੈਂਟ ਨੂੰ ਯੂਜ਼ ਕਰਨ ਦੇ ਲਈ ਤੁਸੀਂ ਆਪਣੇ ਟੈਕਸਟ ਨੂੰ ਸਲਾਈਡ ਕਰ ਲੈਣਾ ਹੈਗਾ। ਇੰਡੈਂਟ ਹੁੰਦਾ ਆ ਜਿਹੜਾ ਤੁਸੀਂ ਪਾਰਟ ਦੇਖ ਰਹੇ ਹੋ, ਇਸ ਪਾਰਟ ਨੂੰ ਅਸੀਂ ਇੰਡੈਂਟ ਕਹਿੰਦੇ ਹਾਂ। ਇਸ ਦੀ ਵੈਲਿਊ ਨੂੰ ਅਸੀਂ ਅਗਰ ਇਨਕਰੀਜ਼ ਕਰਨਾ ਚਾਹੁੰਦੇ ਹੋ ਜਾਂ ਫਿਰ ਤੁਸੀਂ ਡਿਕਰੀਜ਼ ਕਰਨਾ ਚਾਹੁੰਦੇ ਹੋ ਉਸ ਦੇ ਅਕੋਰਡਿੰਗ ਤੁਸੀਂ ਇਸ ਨੂੰ ਇਸੇ ਯੂਜ਼ ਕਰ ਸਕਦੇ ਹੋ। ਸੋ ਇਹ ਤਾਂ ਸੀਗੇ ਇਨਕਰੀਜ਼ ਔਰ ਡਿਕਰੀਜ਼ ਇੰਡੈਂਟ। ਸਾਡੇ ਕੋਲ ਜਿਹੜੀ ਅਗਲੀ ਆਪਸ਼ਨ ਮਿਲਦੀ ਹੈਗੀ ਆ ਉਸ ਆਪਸ਼ਨ ਦਾ ਨਾਮ ਹੈ ਸੌਰਟ ਆਪਸ਼ਨ। ਇੱਥੇ ਤੁਸੀਂ ਦੇਖੋ ਪੈਰਾਗ੍ਰਾਫ ਗਰੁੱਪ ਦੇ ਵਿੱਚ ਸਾਡੇ ਕੋਲ ਅਗਲਾ ਬਟਨ ਜੋ ਮਿਲ ਰਿਹਾ ਹੈ ਉਸ ਬਟਨ ਦਾ ਨਾਮ ਹੈ ਸੌਰਟ ਬਟਨ। ਸੋ ਜੇਕਰ ਤੁਸੀਂ ਆਪਣੇ ਟੈਕਸਟ ਨੂੰ ਜਾਂ ਫਿਰ ਆਪਣੀ ਲਿਸਟ ਨੂੰ ਐਲਫਾਬੈਟਿਕਲੀ ਸੌਰਟ ਕਰਨਾ ਚਾਹੁੰਦੇ ਆ ਤਾਂ ਤੁਸੀਂ ਇੱਥੋਂ ਸੌਰਟ ਬਟਨ ਨੂੰ ਯੂਜ਼ ਕਰ ਸਕਦੇ ਹੋ। ਸੋ ਸੌਰਟ ਬਟਨ ਨੂੰ ਯੂਜ਼ ਕਰਨ ਲਈ ਤੁਸੀਂ ਬਟਨ ਦੇ ਉੱਤੇ ਕਲਿੱਕ ਕਰ ਦੇਣਾ ਹੈਗਾ। ਸਾਡੇ ਕੋਲ ਇੱਥੇ ਆਪਸ਼ਨ ਮਿਲ ਰਹੀ ਹੈਗੀ, ਇੱਕ ਨਵਾਂ ਬਾਕਸ ਓਪਨ ਹੋ ਗਿਆ ਹੈਗਾ। ਇੱਥੇ ਸਾਡੇ ਕੋਲ ਆਪਸ਼ਨ ਮਿਲ ਰਹੀ ਹੈਗੀ ਕਿ ਤੁਸੀਂ ਪੈਰਾਗ੍ਰਾਫ ਨੂੰ ਸੌਰਟ ਕਰਨਾ ਚਾਹੁੰਦੇ ਹੋ ਜਾਂ ਤੁਸੀਂ ਕਿਸੇ ਫੀਲਡ ਨੂੰ ਸੌਰਟ ਕਰਨਾ ਚਾਹੁੰਦੇ ਹੋ। ਅਸੀਂ ਇੱਕ ਪੈਰਾਗ੍ਰਾਫ ਨੂੰ ਹੀ ਸੌਰਟ ਕਰਨਾ ਚਾਹੁੰਦੇ ਹਾਂ। ਇਸ ਤੋਂ ਇਲਾਵਾ ਸਾਨੂੰ ਇੱਥੇ ਟਾਈਪ ਪੁੱਛੀ ਜਾ ਰਹੀ ਹੈਗੀ ਹੈ ਕਿ ਤੁਸੀਂ ਜਿਹੜੇ ਪੈਰਾਗ੍ਰਾਫ ਨੂੰ ਸੌਰਟ ਕਰਨਾ ਚਾਹੁੰਦੇ ਹੋ ਕਿ ਉਹ ਟੈਕਸਟ ਦੀ ਫਾਰਮ ਵਿੱਚ ਹੈਗਾ ਜਾਂ ਫਿਰ ਉਹ ਨੰਬਰ ਦੀ ਫਾਰਮ ਵਿੱਚ ਹੈਗਾ ਜਾਂ ਫਿਰ ਉਹ ਡੇਟ ਦੀ ਫਾਰਮ ਵਿੱਚ ਹੈਗਾ। ਸੋ ਸਾਡਾ ਇੱਥੇ ਜਿਹੜਾ ਪੈਰਾਗ੍ਰਾਫ ਹੈਗਾ ਉਹ ਯਾਨੀ ਕਿ ਲਿਸਟ ਜਿਹੜੀ ਹੈਗੀ ਹੈ ਸਾਡੇ ਕੋਲ ਟੈਕਸਟ ਦੀ ਫਾਰਮ ਵਿੱਚ ਹੈਗੀ। ਮੈਂ ਇੱਥੇ ਇਸ ਨੂੰ ਟੈਕਸਟ ਹੀ ਸਿਲੈਕਟ ਕਰ ਲਿਆ ਹੈਗਾ। ਹੁਣ ਇੱਥੇ ਸਾਨੂੰ ਪੁੱਛ ਰਿਹਾ ਹੈਗਾ ਕਿ ਤੁਸੀਂ ਇਸ ਨੂੰ ਅਸੈਂਡਿੰਗ ਜਾਂ ਡਿਸੈਂਡਿੰਗ ਕਿਸ ਆਰਡਰ ਵਿੱਚ, ਯਾਨੀ ਕਿ ਘੱਟਦੇ ਕ੍ਰਮ ਜਾਂ ਫਿਰ ਵੱਧਦੇ ਕ੍ਰਮ ਵਿੱਚ, ਕਿਸ ਕ੍ਰਮ ਵਿੱਚ ਤੁਸੀਂ ਇਸ ਨੂੰ ਸੌਰਟ ਕਰਨਾ ਹੈ। ਮੈਂ ਇੱਥੇ ਇਸ ਨੂੰ ਅਸੈਂਡਿੰਗ ਆਰਡਰ ਵਿੱਚ ਹੀ ਰੱਖ ਲੈਣਾ ਹੈ। ਤਾਂ ਜਿਵੇਂ ਹੀ ਮੈਂ ਇੱਥੇ ਓਕੇ ਤੇ ਕਲਿੱਕ ਕਰਾਂਗਾ ਤੁਸੀਂ ਦੇਖੋਗੇ ਕਿ ਆ ਜਿਹੜੀ ਲਿਸਟ ਹੈਗੀ ਆ ਇਹ ਐਲਫਾਬੈਟਿਕਲੀ ਸੌਰਟ ਹੋ ਜਾਵੇਗੀ। ਸੋ ਤੁਸੀਂ ਇੱਥੇ ਦੇਖੋ ਕਿ ਸਾਡੀ ਜਿਹੜੀ ਲਿਸਟ ਹੈਗੀ ਆ ਉਸ ਦਾ ਜਿਹੜਾ ਪਹਿਲਾ ਐਲੀਮੈਂਟ ਹੈਗਾ ਉਹ ਐਸ ਕਰੈਕਟਰ ਤੋਂ ਸ਼ੁਰੂ ਹੋ ਰਿਹਾ, ਦੂਸਰਾ ਐਲੀਮੈਂਟ ਵੀ ਐਸ ਕਰੈਕਟਰ ਤੋਂ ਸ਼ੁਰੂ ਹੋ ਗਿਆ, ਤੀਸਰਾ ਐਲੀਮੈਂਟ ਜਿਹੜਾ ਹੈਗਾ ਉਹ ਪੀ ਤੋਂ ਸ਼ੁਰੂ ਹੋ ਰਿਹਾ। ਯਾਨੀ ਕਿ ਇਹ ਵਾਲੀ ਲਿਸਟ ਜਿਹੜੀ ਹੈਗੀ ਆ ਉਹ ਅਸੈਂਡਿੰਗ ਆਰਡਰ ਵਿੱਚ ਨਹੀਂ ਹੈਗੀ। ਸੋ ਮੈਂ ਇੱਥੇ ਅਸੈਂਡਿੰਗ ਆਰਡਰ ਉੱਤੇ ਕਲਿੱਕ ਕਰਕੇ ਇੱਥੇ ਓਕੇ ਬਟਨ ਤੇ ਜਿਵੇਂ ਹੀ ਕਲਿੱਕ ਕਰਦਾ ਹਾਂ ਤਾਂ ਤੁਸੀਂ ਦੇਖੋ ਕਿ ਸਾਡੀ ਜਿਹੜੀ ਲਿਸਟ ਹੈਗੀ ਆ ਉਹ ਅਸੈਂਡਿੰਗ ਆਰਡਰ ਯਾਨੀ ਕਿ ਵਾਧੇ ਕ੍ਰਮ ਦੇ ਵਿੱਚ ਅਰੇਂਜ ਹੋ ਗਈ ਹੈਗੀ ਆ। ਸੋ ਇਹ ਤਾਂ ਸੀ ਸਾਡੀ ਸੌਰਟ ਆਪਸ਼ਨ। ਸੋ ਹੁਣ ਸਾਡੇ ਕੋਲ ਇੱਥੇ ਹੇਠਾਂ 4 ਬਟਨ ਮਿਲ ਜਾਂਦੇ ਹਨ। ਸੋ ਇਹਨਾਂ 4 ਬਟਨ ਨੂੰ ਅਸੀਂ ਆਪਣੇ ਟੈਕਸਟ ਦੀ ਅਲਾਈਨਮੈਂਟ ਕਰਨ ਦੇ ਲਈ ਇਸਤੇਮਾਲ ਕਰਦੇ ਹਾਂ। ਸੋ ਇਹਨਾਂ 4 ਬਟਨਾਂ ਨੂੰ ਤੁਸੀਂ ਕਿਸ ਤਰੀਕੇ ਨਾਲ ਯੂਜ਼ ਕਰਨਾ ਹੈ ਉਹ ਮੈਂ ਹੁਣ ਤੁਹਾਨੂੰ ਸਿਖਾਉਣ ਜਾ ਰਿਹਾ ਹਾਂ। ਸੋ ਆਪਣੇ ਟੈਕਸਟ ਦੀ ਅਲਾਈਨਮੈਂਟ ਕਰਨ ਲਈ ਤੁਸੀਂ ਜਿਸ ਵੀ ਟੈਕਸਟ ਨੂੰ ਅਲਾਈਨ ਕਰਨਾ ਹੈ ਉਸ ਨੂੰ ਤੁਸੀਂ ਸਲਾਈਡ ਕਰ ਲਓ। ਇੱਥੇ ਸਾਡੇ ਕੋਲ 4 ਤਰ੍ਹਾਂ ਦੀ ਅਲਾਈਨਮੈਂਟ ਮਿਲਦੀ ਹੈ, ਲੈਫਟ ਅਲਾਈਨ, ਸੈਂਟਰ ਅਲਾਈਨ, ਰਾਈਟ ਅਲਾਈਨ ਅਤੇ ਜਸਟੀਫਾਈ। ਜਦੋਂ ਅਸੀਂ ਲੈਫਟ ਅਲਾਈਨ ਤੇ ਕਲਿੱਕ ਕਰਦੇ ਹਾਂ ਤਾਂ ਸਾਡਾ ਟੈਕਸਟ ਜਿਹੜਾ ਹੈਗਾ ਉਹ ਲੈਫਟ ਸਾਈਡ ਤੇ ਅਲਾਈਨ ਹੋ ਜਾਵੇਗਾ। ਜਦੋਂ ਅਸੀਂ ਸੈਂਟਰ ਅਲਾਈਨ ਤੇ ਕਲਿੱਕ ਕਰਦੇ ਹਾਂ ਤਾਂ ਸਾਡਾ ਟੈਕਸਟ ਸੈਂਟਰ ਅਲਾਈਨ ਹੋ ਜਾਵੇਗਾ ਅਤੇ ਜਦੋਂ ਅਸੀਂ ਰਾਈਟ ਅਲਾਈਨ ਤੇ ਕਲਿੱਕ ਕਰਦੇ ਹਾਂ ਤਾਂ ਸਾਡਾ ਟੈਕਸਟ ਰਾਈਟ ਅਲਾਈਨ ਹੋ ਜਾਵੇਗਾ। ਇਸੇ ਤਰੀਕੇ ਨਾਲ ਜਦੋਂ ਅਸੀਂ ਜਸਟੀਫਾਈ ਤੇ ਕਲਿੱਕ ਕਰਦੇ ਹਾਂ ਤਾਂ ਸਾਡਾ ਟੈਕਸਟ ਜਿਹੜਾ ਹੈਗਾ ਉਹ ਖੱਬੇ ਅਤੇ ਸੱਜੇ ਪਾਸੇ ਤੋਂ ਬਿਲਕੁਲ ਬਰਾਬਰ ਅਲਾਈਨ ਹੋਵੇਗਾ।
ਸੋ ਇਹ ਤਾਂ ਸੀਗੀ ਅਲਾਈਨਮੈਂਟ। ਇਸ ਤੋਂ ਇਲਾਵਾ ਸਾਡੇ ਕੋਲ ਜਿਹੜੀ ਅਗਲੀ ਆਪਸ਼ਨ ਮਿਲਦੀ ਹੈਗੀ ਆ ਉਹ ਹੈ ਲਾਈਨ ਸਪੇਸਿੰਗ। ਸੋ ਜੇਕਰ ਤੁਸੀਂ ਦੋ ਲਾਈਨਾਂ ਦੇ ਵਿਚਕਾਰ ਦੀ ਸਪੇਸ ਨੂੰ ਵਧਾਉਣਾ ਜਾਂ ਘਟਾਉਣਾ ਚਾਹੁੰਦੇ ਹੋ ਤਾਂ ਤੁਸੀਂ ਇਸ ਆਪਸ਼ਨ ਦੀ ਮਦਦ ਨਾਲ ਲਾਈਨ ਸਪੇਸਿੰਗ ਇਨਕਰੀਜ਼ ਜਾਂ ਡਿਕਰੀਜ਼ ਕਰ ਸਕਦੇ ਹੋ। ਸੋ ਇਸ ਬਟਨ ਤੇ ਕਲਿੱਕ ਕਰੋਗੇ ਇੱਕ ਲਿਸਟ ਓਪਨ ਹੋ ਜਾਵੇਗੀ। ਇੱਥੇ ਸਾਡੇ ਕੋਲ ਨੰਬਰ ਦਿੱਤੇ ਹੋਏ ਹਨ ਜਿਵੇਂ ਕਿ 1.0 1.5 2.0 2.5। ਤੁਸੀਂ ਦੇਖੋ ਕਿ ਫਿਲਹਾਲ ਇੱਥੇ ਜਿਹੜੀ ਲਾਈਨ ਸਪੇਸਿੰਗ ਹੈਗੀ 1.15 ਦੇ ਉੱਤੇ ਕਲਿੱਕ ਕੀਤੀ ਹੋਈ ਹੈ। ਜੇਕਰ ਮੈਂ ਇਸ ਨੂੰ 1.0 ਤੇ ਕਲਿੱਕ ਕਰਦਾ ਹਾਂ ਤਾਂ ਇਹ ਜਿਹੜੀ ਲਾਈਨ ਸਪੇਸਿੰਗ ਉਹ ਘਟ ਜਾਂਦੀ ਹੈਗੀ ਆ, ਅਤੇ ਜੇਕਰ ਮੈਂ ਇਸ ਨੂੰ 2.5 ਤੇ ਕਲਿੱਕ ਕਰਦਾ ਹਾਂ ਤਾਂ ਇਹ ਲਾਈਨ ਦੀ ਸਪੇਸਿੰਗ ਜਿਹੜੀ ਹੈਗੀ ਆ ਉਹ ਵੱਧ ਜਾਂਦੀ ਹੈ। ਸੋ ਤੁਸੀਂ ਇਸ ਆਪਸ਼ਨ ਦੀ ਮਦਦ ਨਾਲ ਲਾਈਨਾਂ ਦੀ ਸਪੇਸਿੰਗ ਨੂੰ ਇਨਕਰੀਜ਼ ਜਾਂ ਡਿਕਰੀਜ਼ ਕਰ ਸਕਦੇ ਹੋ। ਸਟੈਂਡਰਡ ਫਾਰਮੈਟ ਜਿਹੜਾ ਹੈਗਾ ਉਹ ਹੈ 1.15, ਤੁਸੀਂ ਇਸ ਦੇ ਉੱਤੇ ਹੀ ਕਲਿੱਕ ਕਰ ਸਕਦੇ ਹੋ। ਇਸ ਤੋਂ ਇਲਾਵਾ ਸਾਡੇ ਕੋਲ ਇੱਥੇ ਹੋਰ ਵੀ ਬਹੁਤ ਸਾਰੀਆਂ ਆਪਸ਼ਨ ਮਿਲ ਜਾਂਦੀਆਂ ਹਨ, ਜਿਵੇਂ ਕਿ ਤੁਸੀਂ ਆਪਣੇ ਦੋ ਪੈਰਾਗ੍ਰਾਫ ਦੇ ਵਿਚਕਾਰ ਸਪੇਸ ਨੂੰ ਇਨਕਰੀਜ਼ ਜਾਂ ਡਿਕਰੀਜ਼ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਇਹਨਾਂ ਆਪਸ਼ਨ ਦੀ ਮਦਦ ਨਾਲ ਇਨਕਰੀਜ਼ ਜਾਂ ਡਿਕਰੀਜ਼ ਕਰ ਸਕਦੇ ਹੋ। ਸੋ ਹੁਣ ਸਾਡੇ ਕੋਲ ਜਿਹੜੀ ਅਗਲੀ ਆਪਸ਼ਨ ਮਿਲਦੀ ਹੈ ਉਹ ਹੈ ਸ਼ੈਡੋ, ਯਾਨੀ ਕਿ ਜੇਕਰ ਅਸੀਂ ਆਪਣੇ ਟੈਕਸਟ ਦੇ ਬੈਕਗ੍ਰਾਉਂਡ ਦੇ ਉੱਤੇ ਕਿਸੇ ਤਰ੍ਹਾਂ ਦੀ ਕੋਈ ਸ਼ੈਡੋ ਲਗਾਉਣਾ ਚਾਹੁੰਦੇ ਹਾਂ ਤਾਂ ਜਿਸ ਵੀ ਟੈਕਸਟ ਦੇ ਬੈਕਗ੍ਰਾਉਂਡ ਤੇ ਤੁਸੀਂ ਸ਼ੈਡੋ ਲਗਾਉਣਾ ਚਾਹੁੰਦੇ ਹੋ ਉਸ ਟੈਕਸਟ ਨੂੰ ਸਿਲੈਕਟ ਕਰ ਲਓ। ਇੱਥੇ ਤੁਸੀਂ ਸ਼ੈਡੋ ਬਟਨ ਦੇ ਉੱਤੇ ਕਲਿੱਕ ਕਰੋ, ਤੁਹਾਨੂੰ ਅਲੱਗ-ਅਲੱਗ ਤਰ੍ਹਾਂ ਦੇ ਕਲਰ ਮਿਲ ਜਾਣਗੇ। ਤੁਹਾਨੂੰ ਜਿਹੜਾ ਵੀ ਕਲਰ ਪਸੰਦ ਆਉਂਦਾ ਹੈ ਉਸ ਕਲਰ ਦੇ ਉੱਤੇ ਕਲਿੱਕ ਕਰ ਦਿਓ। ਤੁਸੀਂ ਦੇਖੋਗੇ ਕਿ ਸਾਡਾ ਸਿਲੈਕਟ ਕੀਤਾ ਹੋਇਆ ਟੈਕਸਟ ਜਿਹੜਾ ਹੈਗਾ ਉਹਦੀ ਬੈਕਗ੍ਰਾਉਂਡ ਤੇ ਉਹਦੀ ਸ਼ੈਡੋ ਆ ਰਹੀ ਹੈਗੀ ਆ। ਸੋ ਇਸ ਤੋਂ ਇਲਾਵਾ ਸਾਡੇ ਕੋਲ ਹੁਣ ਇੱਕ ਅਗਲੀ ਆਪਸ਼ਨ ਮਿਲ ਜਾਂਦੀ ਹੈਗੀ ਆ, ਉਸ ਆਪਸ਼ਨ ਦਾ ਨਾਮ ਹੈ ਬਾਰਡਰ। ਜੇਕਰ ਤੁਸੀਂ ਆਪਣੇ ਸਿਲੈਕਟ ਕੀਤੇ ਹੋਏ ਟੈਕਸਟ ਦੇ ਆਸ-ਪਾਸ ਕੋਈ ਕਿਸੇ ਤਰ੍ਹਾਂ ਦਾ ਬਾਰਡਰ ਲਗਾਉਣਾ ਚਾਹੁੰਦੇ ਹੋ ਤਾਂ ਤੁਸੀਂ ਇਸ ਆਪਸ਼ਨ ਦੇ ਉੱਤੇ ਕਲਿੱਕ ਕਰਕੇ ਆਪਣੇ ਟੈਕਸਟ ਦੇ ਆਸ-ਪਾਸ ਬਾਰਡਰ ਲਗਾ ਸਕਦੇ ਹੋ। ਸੋ ਬਾਰਡਰ ਲਗਾਉਣ ਲਈ ਤੁਸੀਂ ਟੈਕਸਟ ਨੂੰ ਸਿਲੈਕਟ ਕਰ ਲਓ, ਜਿਹੜੇ ਵੀ ਟੈਕਸਟ ਨੂੰ ਤੁਸੀਂ ਸਿਲੈਕਟ ਕੀਤਾ ਹੋਏਗਾ ਉਸ ਟੈਕਸਟ ਦੇ ਆਸ-ਪਾਸ ਬਾਰਡਰ ਲੱਗ ਜਾਏਗਾ। ਇਸ ਤੋਂ ਇਲਾਵਾ ਸਾਡੇ ਕੋਲ ਇੱਥੇ ਇੱਕ ਹੋਰ ਆਪਸ਼ਨ ਮਿਲਦੀ ਹੈਗੀ ਆ, ਇਸ ਆਪਸ਼ਨ ਦਾ ਨਾਮ ਹੈ ਸ਼ੋ ਐਂਡ ਹਾਈਡ ਪੈਰਾਗ੍ਰਾਫ ਮਾਰਕ। ਇਸ ਮਾਰਕ ਨੂੰ ਅਸੀਂ ਉਦੋਂ ਯੂਜ਼ ਕਰਦੇ ਹਾਂ ਜਦੋਂ ਅਸੀਂ ਇਹ ਦਰਸਾਉਣਾ ਹੋਵੇ ਕਿ ਸਾਡੀ ਜਿਹੜੀ ਲਾਈਨ ਹੈਗੀ ਆ ਕਿੱਥੇ ਐਂਡ ਹੋ ਰਹੀ ਹੈਗੀ ਆ ਤੇ ਕਿੱਥੋਂ ਨਵੀਂ ਲਾਈਨ ਸ਼ੁਰੂ ਹੋ ਰਹੀ ਆ। ਉਸ ਨੂੰ ਦਰਸਾਉਣ ਲਈ ਅਸੀਂ ਇਸ ਪੈਰਾਗ੍ਰਾਫ ਸ਼ੋ ਹਾਈਡ ਨੂੰ ਯੂਜ਼ ਕਰਦੇ ਹਾਂ। ਸੋ ਇਹ ਤਾਂ ਸੀ ਸਾਡਾ ਪੈਰਾਗ੍ਰਾਫ ਗਰੁੱਪ, ਜਿਸ ਦੇ ਵਿੱਚ ਕਿ ਹਰੇਕ ਬਟਨ ਦਾ ਯੂਜ਼ ਮੈਂ ਤੁਹਾਨੂੰ ਦੱਸਿਆ ਹੈ। ਸੋ ਆਪਣੀਆਂ ਆਉਣ ਵਾਲੀਆਂ ਵੀਡੀਓਜ਼ ਦੇ ਵਿੱਚ ਮੈਂ ਤੁਹਾਨੂੰ ਸਟਾਈਲ ਅਤੇ ਐਡੀਟਿੰਗ ਗਰੁੱਪ ਬਾਰੇ ਸਿਖਾਵਾਂਗਾ। ਸੋ ਉਹਨਾਂ ਵੀਡੀਓਜ਼ ਦੀ ਨੋਟੀਫਿਕੇਸ਼ਨ ਪ੍ਰਾਪਤ ਕਰਨ ਲਈ ਜੇਕਰ ਤੁਸੀਂ ਹੁਣ ਤੱਕ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਵੀਡੀਓ ਦੇ ਹੇਠਾਂ ਲਾਲ ਰੰਗ ਦੇ ਸਬਸਕ੍ਰਾਈਬ ਬਟਨ ਨੂੰ ਦਬਾ ਕੇ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ। ਇਸੇ ਦੇ ਨਾਲ ਤੁਸੀਂ ਬੈਲ ਆਈਕਨ ਦੇ ਉੱਤੇ ਵੀ ਕਲਿੱਕ ਕਰ ਲਿਓ। ਇਸ ਤਰ੍ਹਾਂ ਕਰਨ ਨਾਲ ਤੁਹਾਨੂੰ ਮੇਰੀਆਂ ਆਉਣ ਵਾਲੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਮਿਲ ਜਾਇਆ ਕਰੇਗੀ ਅਤੇ ਤੁਸੀਂ ਆਪਣੀ ਕੰਪਿਊਟਰ ਐਜੂਕੇਸ਼ਨ ਦੇ ਨਾਲ ਰਿਲੇਟਡ ਨੌਲੇਜ ਨੂੰ ਬਹੁਤ ਜ਼ਿਆਦਾ ਇਨਕਰੀਜ਼ ਕਰ ਸਕਦੇ ਹੋ। ਸੋ ਮੈਂ ਉਮੀਦ ਕਰਦਾ ਹਾਂ ਕਿ ਇਸ ਪੂਰੀ ਵੀਡੀਓ ਤੋਂ ਤੁਹਾਨੂੰ ਕੁਝ ਨਾ ਕੁਝ ਨਵਾਂ ਸਿੱਖਣ ਨੂੰ ਮਿਲਿਆ ਹੋਵੇਗਾ। ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ। ਮਾਈਕਰੋਸਾਫਟ ਵਰਡ ਅਤੇ ਮਾਈਕਰੋਸਾਫਟ ਆਫਿਸ ਦੇ ਜਿੰਨੇ ਵੀ ਸੌਫਟਵੇਅਰ ਹੈਗੇ ਉਹਨਾਂ ਸਾਰੇ ਹੀ ਸੌਫਟਵੇਅਰ ਦੇ ਵਿੱਚ ਐਕਸਪਰਟ ਬਣਨ ਦੇ ਲਈ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਅਤੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ। ਤੁਹਾਡਾ ਕਿਸੇ ਵੀ ਤਰ੍ਹਾਂ ਦਾ ਕੋਈ ਸਵਾਲ ਹੈਗਾ ਤਾਂ ਤੁਸੀਂ ਮੈਨੂੰ ਕਮੈਂਟ ਬਾਕਸ ਵਿੱਚ ਪੁੱਛ ਸਕਦੇ ਹੋ। ਸੋ ਜਲਦ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਨਾਲ, ਤਦ ਤੱਕ ਲਈ ਧੰਨਵਾਦ। ਸਤਿ ਸ਼੍ਰੀ ਅਕਾਲ।